अध्याय 16 करामात दी मंग। कुछ फरीसी अते सदूकी यीशु कोल आए। उन्हां ने यीशु नूं परताउण वास्ते कोई रब्बी करामात विखाउण दे लई किहा। यीशु ने उन्हां नूं उत्तर दिता, सूरज डुब्बण वेले तुसीं कहंदे हो मौसम चंगा रहेगा क्योंकि आसमान लाल है। फिर जदों सवेर हुंदी है तां तुसीं कहंदे हो मींह जां हनेरी आवेगी क्योंकि आसमान गहरा अते लाल है। इस लई तुसीं मौसम बारे तां आसमान नूं वेख के दस सकदे हो, पर तुसीं इस समय दे चिन्हां नूं नहीं समझ सकदे हो। इस पीढ़ी दे लोकी किन्ने बुरे अते अधर्मी हन। इन्हां नूं योना नबी दे चिन्ह नूं छड्ड के होर कोई चिन्ह नहीं दिता जावेगा। ਇਹ ਕਹਿ ਕੇ ਉਹ ਉਹਨਾਂ ਨੂੰ ਛੱਡ ਕੇ ਉੱਥੋਂ ਚਲੇ ਗਏ। ਫਰੀਸੀਆਂ ਅਤੇ ਸਦੂਕੀਆਂ ਦਾ ਖਮੀਰ। ਜਦੋਂ ਚੇਲੇ ਦੂਜੇ ਪਾਸੇ ਆਉਂਦਿਆਂ ਹੋਇਆਂ ਆਪਣੇ ਨਾਲ ਰੋਟੀ ਲਿਆਣੀ ਭੁੱਲ ਗਏ ਸਨ, ਯੀਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ, ਦੇਖੋ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹਿਣਾ। ਇਹ ਸੁਣ ਕੇ ਚੇਲੇ ਆਪੋ ਵਿੱਚ ਕਹਿਣ ਲੱਗੇ, ਉਹਨਾਂ ਨੇ ਇਸ ਲਈ ਇਹ ਕਿਹਾ ਹੈ ਕਿਉਂਕਿ ਸਾਡੇ ਕੋਲ ਰੋਟੀਆਂ ਨਹੀਂ ਹਨ। ਇਹ ਜਾਣਦੇ ਹੋਏ ਕਿ ਉਹ ਕੀ ਗੱਲਾਂ ਕਰ ਰਹੇ ਹਨ, ਯੀਸ਼ੂ ਨੇ ਉਹਨਾਂ ਨੂੰ ਕਿਹਾ, ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? ਤੁਹਾਡਾ ਵਿਸ਼ਵਾਸ ਕਿੰਨਾ ਕੱਚਾ ਹੈ। ਕੀ ਤੁਸੀਂ ਅਜੇ ਵੀ ਨਹੀਂ ਸਮਝਦੇ ਹੋ? ਕੀ ਤੁਹਾਨੂੰ ਯਾਦ ਨਹੀਂ ਜਦੋਂ ਮੈਂ 5 ਰੋਟੀਆਂ 5000 ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਬਚੇ ਹੋਏ ਟੋਕਰੇ ਭਰ ਚੁੱਕੇ ਸੀ? ਫਿਰ ਇਸੇ ਤਰ੍ਹਾਂ ਜਦੋਂ ਮੈਂ 7 ਰੋਟੀਆਂ 4000 ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਟੋਕਰੇ ਭਰ ਚੁੱਕੇ ਸੀ? ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਦੇ ਬਾਰੇ ਨਹੀਂ ਕਿਹਾ ਸੀ? ਸੋ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹਿਣਾ। ਫਿਰ ਚੇਲੇ ਸਮਝ ਗਏ ਕਿ ਯੀਸ਼ੂ ਨੇ ਉਹਨਾਂ ਨੂੰ ਰੋਟੀ ਵਿਚਲੇ ਖਮੀਰ ਦੇ ਬਾਰੇ ਨਹੀਂ ਕਿਹਾ ਸੀ, ਸਗੋਂ ਫਰੀਸੀਆਂ ਅਤੇ ਸਦੂਕੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਸੀ। ਪਤਰਸ ਦਾ ਪ੍ਰਭੂ ਯੀਸ਼ੂ ਨੂੰ ਮਸੀਹ ਮੰਨਣਾ। ਯੀਸ਼ੂ ਕੈਸਰੀਆ ਫਿਲਿਪੀ ਦੇ ਇਲਾਕੇ ਵੱਲ ਗਏ। ਇੱਥੇ ਉਹਨਾਂ ਆਪਣੇ ਚੇਲਿਆਂ ਕੋਲੋਂ ਪੁੱਛਿਆ, ਲੋਕੀ ਮਨੁੱਖ ਦੇ ਪੁੱਤਰ ਬਾਰੇ ਕੀ ਕਹਿੰਦੇ ਹਨ ਕਿ ਉਹ ਕੌਣ ਹੈ? ਚੇਲਿਆਂ ਨੇ ਉੱਤਰ ਦਿੱਤਾ, ਕੁਝ ਕਹਿੰਦੇ ਹਨ ਤੁਸੀਂ ਯੋਹੰਨਾ ਬਪਤਿਸਮਾ ਦੇਣ ਵਾਲੇ ਹੋ, ਕੁਝ ਕਹਿੰਦੇ ਹਨ ਏਲੀਆ ਨਬੀ, ਕੁਝ ਯਿਰਮੀਆ ਨਬੀ ਅਤੇ ਕੁਝ ਹੋਰ ਕੋਈ ਨਬੀ ਮੰਨਦੇ ਹਨ। ਯੀਸ਼ੂ ਨੇ ਚੇਲਿਆਂ ਤੋਂ ਪੁੱਛਿਆ, ਮੈਂ ਕੌਣ ਹਾਂ? ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਇਸ ਤੇ ਸਮੂਨ ਪਤਰਸ ਨੇ ਉੱਤਰ ਦਿੱਤਾ, ਤੁਸੀਂ ਜਿਉਂਦੇ ਪਰਮੇਸ਼ਰ ਦੇ ਪੁੱਤਰ ਮਸੀਹ ਹੋ। ਯੀਸ਼ੂ ਨੇ ਪਤਰਸ ਨੂੰ ਕਿਹਾ, ਧੰਨ ਹੈ ਤੂੰ ਸਮੌਨ ਬਾਰ-ਯੋਨਾ, ਇਹ ਸੱਚਾਈ ਤੇਰੇ ਤੋਂ ਕਿਸੇ ਮਨੁੱਖ ਨੇ ਪ੍ਰਗਟ ਨਹੀਂ ਕੀਤੀ ਹੈ, ਸਗੋਂ ਮੇਰੇ ਪਿਤਾ ਨੇ ਕੀਤੀ ਹੈ ਜੋ ਸਵਰਗ ਵਿੱਚ ਹੈ। ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਤੂੰ ਪਤਰਸ ਅਰਥਾਤ ਉਹ ਚੱਟਾਨ ਹੈ ਜਿਸ ਤੇ ਮੈਂ ਆਪਣੀ ਵਿਸ਼ਵਾਸ ਸੰਗਤ ਉਸਾਰਾਂਗਾ, ਇਸ ਨੂੰ ਮੌਤ ਵੀ ਨਾ ਹਿਲਾ ਸਕੇਗੀ। ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਕੁਝ ਤੂੰ ਧਰਤੀ ਤੇ ਮਨਾ ਕਰੇਂਗਾ ਉਹ ਸਵਰਗ ਵਿੱਚ ਵੀ ਮਨਾ ਹੋ ਜਾਏਗਾ। ਇਸੇ ਤਰ੍ਹਾਂ ਜਿਸ ਦੇ ਲਈ ਤੂੰ ਧਰਤੀ ਤੇ ਆਗਿਆ ਦੇਵੇਂਗਾ ਉਸ ਦੇ ਲਈ ਸਵਰਗ ਵਿੱਚ ਵੀ ਆਗਿਆ ਦਿੱਤੀ ਜਾਵੇਗੀ। ਫਿਰ ਯੀਸ਼ੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਇਹ ਨਾ ਦੱਸਣਾ ਕਿ ਮੈਂ ਮਸੀਹ ਹਾਂ। ਪ੍ਰਭੂ ਯੀਸ਼ੂ ਆਪਣੇ ਦੁੱਖਾਂ ਅਤੇ ਮੌਤ ਦੇ ਬਾਰੇ ਦੱਸਦੇ ਹਨ। ਫਿਰ ਯੀਸ਼ੂ ਉਸ ਸਮੇਂ ਤੇ ਆਪਣੇ ਚੇਲਿਆਂ ਨੂੰ ਬੜੇ ਸਾਫ਼-ਸਾਫ਼ ਸ਼ਬਦਾਂ ਵਿੱਚ ਦੱਸਣ ਲੱਗੇ, ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਉੱਥੇ ਵੱਡੇ ਲੋਕਾਂ, ਮਹਾਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਸਹਾਂ। ਉੱਥੇ ਮੈਂ ਮਾਰ ਦਿੱਤਾ ਜਾਵਾਂਗਾ, ਪਰ ਫਿਰ ਤੀਜੇ ਦਿਨ ਜ਼ਿੰਦਾ ਕੀਤਾ ਜਾਵਾਂਗਾ। ਇਹ ਸੁਣ ਕੇ ਪਤਰਸ ਯੀਸ਼ੂ ਨੂੰ ਇੱਕ ਪਾਸੇ ਲੈ ਜਾ ਕੇ ਝਿੜਕਣ ਲੱਗਾ। ਪਤਰਸ ਨੇ ਕਿਹਾ, ਪ੍ਰਭੂ ਜੀ, ਪਰਮੇਸ਼ਰ ਇਸ ਤਰ੍ਹਾਂ ਨਾ ਕਰੇ ਅਤੇ ਤੁਹਾਡੇ ਨਾਲ ਇਹ ਸਭ ਨਾ ਵਾਪਰੇ। ਪਰ ਯੀਸ਼ੂ ਮੁੜੇ ਅਤੇ ਪਤਰਸ ਨੂੰ ਬੋਲੇ, ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ, ਤੂੰ ਮੇਰੇ ਰਾਹ ਵਿੱਚ ਰੁਕਾਵਟ ਹੈ, ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ ਦਾ ਨਹੀਂ ਸਗੋਂ ਆਦਮੀਆਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਤਦ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੋ ਕੋਈ ਪਿੱਛੇ-ਪਿੱਛੇ ਚੱਲਣਾ ਚਾਹੇ ਉਹ ਪਹਿਲਾਂ ਆਪਣਾ ਆਪ ਤਿਆਗੇ ਅਤੇ ਫਿਰ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਜੋ ਕੋਈ ਆਪਣੇ ਪ੍ਰਾਣ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆਵੇ, ਪਰ ਉਹ ਜੋ ਮੇਰੇ ਲਈ ਆਪਣੇ ਪ੍ਰਾਣ ਗੁਆਏਗਾ ਉਸ ਨੂੰ ਪ੍ਰਾਪਤ ਕਰੇਗਾ। ਜੇ ਕੋਈ ਮਨੁੱਖ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਪਰ ਆਪਣੇ ਪ੍ਰਾਣ ਗੁਆ ਬੈਠੇ ਤਾਂ ਉਸ ਤੋਂ ਕੀ ਲਾਭ? ਜਾਂ ਆਦਮੀ ਆਪਣੇ ਪ੍ਰਾਣ ਦੇ ਬਦਲੇ ਵਿੱਚ ਕੀ ਦੇ ਸਕਦਾ ਹੈ?
ਮਨੁੱਖ ਦਾ ਪੁੱਤਰ ਆਪਣੇ ਪਿਤਾ ਦੀ ਮਹਿਮਾ ਵਿੱਚ ਆਪਣੇ ਸਵਰਗ ਦੂਤ ਦੇ ਨਾਲ ਆਵੇਗਾ ਅਤੇ ਹਰ ਇੱਕ ਨੂੰ ਉਸ ਦੇ ਕੀਤੇ ਦਾ ਬਦਲਾ ਦੇਵੇਗਾ। ਇਹ ਸੱਚ ਜਾਣੋ, ਇੱਥੇ ਕੁਝ ਜਨ ਇਹੋ ਜਿਹੇ ਵੀ ਖੜੇ ਹਨ ਜੋ ਉਸ ਸਮੇਂ ਤੱਕ ਮੌਤ ਦਾ ਸਵਾਦ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਮਨੁੱਖ ਦੇ ਪੁੱਤਰ ਨੂੰ ਉਸ ਦੇ ਰਾਗ ਵਿੱਚ ਆਇਆ ਨਾ ਦੇਖ ਲੈਣਗੇ। ਅਧਿਆਇ 17। ਪ੍ਰਭੂ ਯੀਸ਼ੂ ਦਾ ਤੇਜਸਵੀ ਰੂਪ। 6 ਦਿਨਾਂ ਪਿੱਛੋਂ ਯੀਸ਼ੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੋਹੰਨਾ ਨੂੰ ਲੈ ਕੇ ਇਕਾਂਤ ਵਿੱਚ ਇੱਕ ਉੱਚੇ ਪਹਾੜ ਉੱਤੇ ਗਏ। ਉਹਨਾਂ ਤਿੰਨਾਂ ਦੇ ਸਾਹਮਣੇ ਯੀਸ਼ੂ ਦਾ ਰੂਪ ਬਦਲ ਗਿਆ। ਯੀਸ਼ੂ ਦੇ ਮੂੰਹ ਦਾ ਰੂਪ ਸੂਰਜ ਦੀ ਤਰ੍ਹਾਂ ਚਮਕੀਲਾ ਅਤੇ ਕੱਪੜੇ ਬਿਜਲੀ ਦੀ ਤਰ੍ਹਾਂ ਚਿੱਟੇ ਹੋ ਗਏ। ਉਹਨਾਂ ਤਿੰਨਾਂ ਚੇਲਿਆਂ ਨੇ ਏਲੀਆ ਅਤੇ ਮੂਸਾ ਨੂੰ ਯੀਸ਼ੂ ਨਾਲ ਗੱਲਾਂ ਕਰਦੇ ਦੇਖਿਆ। ਇਸ ਉੱਤੇ ਪਤਰਸ ਨੇ ਯੀਸ਼ੂ ਨੂੰ ਕਿਹਾ, ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇਕਰ ਤੁਸੀਂ ਚਾਹੋ ਤਾਂ ਮੈਂ 3 ਡੇਰੇ ਬਣਾਉਂਦਾ ਹਾਂ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ, ਇਸ ਦੀ ਸੁਣੋ। ਜਦੋਂ ਚੇਲਿਆਂ ਨੇ ਇਹ ਆਵਾਜ਼ ਸੁਣੀ ਤਾਂ ਉਹ ਬਹੁਤ ਡਰ ਗਏ ਅਤੇ ਧਰਤੀ ਉੱਤੇ ਮੁੱਧੇ ਮੂੰਹ ਡਿੱਗ ਪਏ। ਪਰ ਯੀਸ਼ੂ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਛੂਇਆ ਅਤੇ ਕਿਹਾ, ਉੱਠੋ, ਡਰੋ ਨਹੀਂ। ਇਹ ਸੁਣ ਕੇ ਤਿੰਨਾਂ ਚੇਲਿਆਂ ਨੇ ਉੱਪਰ ਦੇਖਿਆ ਤਾਂ ਉੱਥੇ ਯੀਸ਼ੂ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਦੇਖਿਆ। ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ, ਕਿਸੇ ਨੂੰ ਇਸ ਦਰਸ਼ਨ ਬਾਰੇ ਕੁਝ ਨਾ ਦੱਸਣਾ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ। ਪਰ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ, ਧਰਮ ਗ੍ਰੰਥੀ ਕਿਉਂ ਕਹਿੰਦੇ ਹਨ ਕਿ ਏਲੀਆ ਦਾ ਪਹਿਲੇ ਆਉਣਾ ਜ਼ਰੂਰੀ ਹੈ? ਯੀਸ਼ੂ ਨੇ ਉੱਤਰ ਦਿੱਤਾ, ਹਾਂ, ਇਹ ਸੱਚ ਹੈ, ਏਲੀਆ ਪਹਿਲੇ ਆ ਕੇ ਸਭ ਕੁਝ ਠੀਕ ਕਰੇਗਾ। ਬਲਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਆ ਆ ਚੁੱਕਿਆ ਹੈ, ਪਰ ਲੋਕਾਂ ਨੇ ਉਸ ਨੂੰ ਨਹੀਂ ਪਛਾਣਿਆ ਹੈ। ਲੋਕਾਂ ਨੇ ਉਸ ਨਾਲ ਉਹ ਕੀਤਾ ਜੋ ਉਹ ਚਾਹੁੰਦੇ ਸਨ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਸਹੇਗਾ। ਇਸ ਤੋਂ ਚੇਲਿਆਂ ਨੇ ਸਮਝ ਲਿਆ ਕਿ ਯੀਸ਼ੂ ਉਹਨਾਂ ਨੂੰ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਦੱਸ ਰਹੇ ਹਨ। ਪ੍ਰਭੂ ਯੀਸ਼ੂ ਇੱਕ ਅਸ਼ੁੱਧ ਆਤਮਾ ਵਾਲੇ ਮੁੰਡੇ ਨੂੰ ਚੰਗਾ ਕਰਦੇ ਹਨ। ਜਦੋਂ ਉਹ ਭੀੜ ਦੇ ਕੋਲ ਪਹੁੰਚੇ ਤਾਂ ਇੱਕ ਆਦਮੀ ਆਇਆ ਅਤੇ ਗੋਡਿਆਂ ਪਰਨੇ ਹੋ ਕੇ ਯੀਸ਼ੂ ਅੱਗੇ ਬੇਨਤੀ ਕਰਨ ਲੱਗਾ, ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਰਹਿਮ ਕਰੋ। ਉਸ ਨੂੰ ਮਿਰਗੀ ਪੈਂਦੀ ਹੈ ਅਤੇ ਜਦੋਂ ਉਸ ਨੂੰ ਦੌਰਾ ਪੈਂਦਾ ਹੈ ਤਾਂ ਉਹ ਬਹੁਤ ਵਾਰੀ ਅੱਗ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ। ਮੈਂ ਤੁਹਾਡੇ ਚੇਲਿਆਂ ਕੋਲ ਉਸ ਨੂੰ ਲੈ ਕੇ ਆਇਆ ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ। ਯੀਸ਼ੂ ਨੇ ਉਸ ਨੂੰ ਕਿਹਾ, ਉਹ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ, ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ? ਮੈਂ ਕਦੋਂ ਤੱਕ ਧੀਰਜ ਕਰਾਂਗਾ? ਮੁੰਡੇ ਨੂੰ ਮੇਰੇ ਕੋਲ ਲਿਆਓ। ਯੀਸ਼ੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਹ ਉਸੇ ਵੇਲੇ ਨਿਕਲ ਗਈ। ਇਸ ਤਰ੍ਹਾਂ ਮੁੰਡਾ ਉਸੇ ਘੜੀ ਚੰਗਾ ਹੋ ਗਿਆ। ਪਿੱਛੋਂ ਚੇਲਿਆਂ ਨੇ ਵੱਖਰੇ ਹੋ ਕੇ ਯੀਸ਼ੂ ਤੋਂ ਪੁੱਛਿਆ, ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ? ਯੀਸ਼ੂ ਨੇ ਉੱਤਰ ਦਿੱਤਾ, ਆਪਣੇ ਥੋੜੇ ਵਿਸ਼ਵਾਸ ਦੇ ਕਾਰਨ। ਯਾਦ ਰੱਖੋ, ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋ, ਇੱਥੋਂ ਖਿਸਕ ਜਾ, ਤਾਂ ਉਹ ਖਿਸਕ ਜਾਵੇਗਾ। ਤੁਸੀਂ ਕੁਝ ਵੀ ਕਰ ਸਕੋਗੇ। ਫਿਰ ਇਹੋ ਜਿਹੀਆਂ ਨੂੰ ਕੱਢਣ ਦਾ ਇਹੀ ਤਰੀਕਾ ਹੈ, ਅਰਥਾਤ ਪ੍ਰਾਰਥਨਾ ਅਤੇ ਵਰਤ, ਹੋਰ ਕੁਝ ਨਹੀਂ। ਪ੍ਰਭੂ ਯੀਸ਼ੂ ਫਿਰ ਆਪਣੀ ਮੌਤ ਬਾਰੇ ਦੱਸਦੇ ਹਨ। ਚੇਲੇ ਜਦੋਂ ਫਿਰ ਗਲੀਲ ਵਿੱਚ ਇਕੱਠੇ ਸਨ ਤਾਂ ਯੀਸ਼ੂ ਨੇ ਉਹਨਾਂ ਨੂੰ ਕਿਹਾ, ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥੀਂ ਫੜਵਾਇਆ ਜਾਣ ਵਾਲਾ ਹੈ, ਜੋ ਉਸ ਨੂੰ ਮਾਰ ਦੇਣਗੇ, ਪਰ ਉਹ ਤੀਜੇ ਦਿਨ ਜ਼ਿੰਦਾ ਕੀਤਾ ਜਾਵੇਗਾ। ਚੇਲੇ ਇਹ ਸੁਣ ਕੇ ਬਹੁਤ ਦੁਖੀ ਹੋਏ। ਮੰਦਰ ਦਾ ਟੈਕਸ। ਜਦੋਂ ਯੀਸ਼ੂ ਅਤੇ ਉਹਨਾਂ ਦੇ ਚੇਲੇ ਕਫਰਨਾਹੂਮ ਵਿੱਚ ਆਏ ਤਾਂ ਮੰਦਰ ਦਾ ਸਾਲਾਨਾ ਟੈਕਸ ਇਕੱਠਾ ਕਰਨ ਵਾਲੇ ਪਤਰਸ ਕੋਲ ਆਏ। ਉਹਨਾਂ ਪੁੱਛਿਆ, ਤੁਹਾਡਾ ਗੁਰੂ ਮੰਦਰ ਦਾ ਸਾਲਾਨਾ ਟੈਕਸ ਦਿੰਦਾ ਹੈ ਜਾਂ ਨਹੀਂ? ਪਤਰਸ ਨੇ ਉੱਤਰ ਦਿੱਤਾ, ਹਾਂ, ਦਿੰਦਾ ਹੈ। ਇਸ ਤੋਂ ਪਿੱਛੋਂ ਪਤਰਸ ਘਰ ਗਿਆ ਤਾਂ ਯੀਸ਼ੂ ਨੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਪੁੱਛਿਆ, ਸਮੌਨ, ਤੇਰਾ ਕੀ ਵਿਚਾਰ ਹੈ? ਧਰਤੀ ਦੇ ਰਾਜੇ ਟੈਕਸ ਜਾਂ ਜਜ਼ੀਆ ਕਿਸ ਕੋਲੋਂ ਵਸੂਲ ਕਰਦੇ ਹਨ, ਆਪਣੇ ਪੁੱਤਰਾਂ ਕੋਲੋਂ ਜਾਂ ਪਰਾਇਆਂ ਕੋਲੋਂ? ਜਦੋਂ ਪਤਰਸ ਨੇ ਕਿਹਾ, ਪਰਾਇਆਂ ਕੋਲੋਂ, ਤਾਂ ਯੀਸ਼ੂ ਬੋਲੇ, ਇਸ ਦਾ ਅਰਥ ਹੋਇਆ ਕਿ ਆਪਣੇ ਲੋਕੀ ਇਸ ਤੋਂ ਮੁਕਤ ਹਨ, ਪਰ ਅਸੀਂ ਇਹਨਾਂ ਲੋਕਾਂ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਹਾਂ। ਇਸ ਲਈ ਤੂੰ ਝੀਲ ਤੇ ਜਾ
ਅਤੇ ਮੱਛੀਆਂ ਫੜਨ ਵਾਲੀ ਕੁੰਡੀ ਲਾ। ਇਹ ਕਰਨ ਤੇ ਜੋ ਮੱਛੀ ਤੂੰ ਪਹਿਲਾਂ ਫੜੇ ਉਸ ਦਾ ਮੂੰਹ ਖੋਲੀ, ਤੈਨੂੰ ਉਸ ਦੇ ਮੂੰਹ ਵਿੱਚੋਂ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਤੇਰੇ ਅਤੇ ਮੇਰੇ ਲਈ ਕਾਫੀ ਹੋਵੇਗਾ। ਤੂੰ ਉਹ ਲੈ ਕੇ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਮੇਰੇ ਅਤੇ ਆਪਣੇ ਵੱਲੋਂ ਦੇ ਦੇਣਾ। ਅਧਿਆਇ 18। ਵੱਡਾ ਕੌਣ ਹੈ? ਉਸ ਵੇਲੇ ਚੇਲੇ ਯੀਸ਼ੂ ਕੋਲ ਆ ਕੇ ਪੁੱਛਣ ਲੱਗੇ, ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਯੀਸ਼ੂ ਨੇ ਇੱਕ ਬੱਚੇ ਨੂੰ ਸੱਦ ਕੇ ਉਹਨਾਂ ਦੇ ਵਿਚਕਾਰ ਖੜਾ ਕਰ ਦਿੱਤਾ। ਫਿਰ ਉਹਨਾਂ ਨੇ ਚੇਲਿਆਂ ਨੂੰ ਕਿਹਾ, ਇਹ ਚੇਤੇ ਰੱਖੋ, ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਾ ਬਦਲੋਗੇ ਅਤੇ ਬੱਚਿਆਂ ਦੀ ਤਰ੍ਹਾਂ ਨਾ ਬਣੋਗੇ, ਤੁਸੀਂ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦੇ ਹੋ। ਇਸ ਲਈ ਜੋ ਮਨੁੱਖ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਅਤੇ ਇਸ ਬੱਚੇ ਦੀ ਤਰ੍ਹਾਂ ਬਣਾਉਂਦਾ ਹੈ, ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ। ਇਸੇ ਤਰ੍ਹਾਂ ਜੋ ਮਨੁੱਖ ਇਹੋ ਜਿਹੇ ਕਿਸੇ ਇੱਕ ਬੱਚੇ ਦਾ ਸਵਾਗਤ ਮੇਰੇ ਨਾਂ ਤੇ ਕਰਦਾ ਹੈ, ਉਹ ਅਸਲ ਵਿੱਚ ਮੇਰਾ ਸਵਾਗਤ ਕਰਦਾ ਹੈ। ਪਾਪ ਲਈ ਪਰਤਾਵਾ। ਉਹ ਆਦਮੀ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਕਿਸੇ ਇੱਕ ਨੂੰ ਗਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੈ ਕਿ ਉਸ ਦੇ ਗਲ ਵਿੱਚ ਇੱਕ ਚੱਕੀ ਦਾ ਪੁੜ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। ਸੰਸਾਰ ਦੇ ਲਈ ਅਫਸੋਸ ਹੈ, ਕਿਉਂਕਿ ਇਸ ਵਿੱਚ ਲੋਕਾਂ ਨੂੰ ਗਲਤ ਰਾਹੇ ਪਾਉਣ ਵਾਲੀਆਂ ਚੀਜ਼ਾਂ ਹਨ। ਹਾਂ, ਇਹਨਾਂ ਦਾ ਹੋਣਾ ਜ਼ਰੂਰੀ ਹੈ, ਪਰ ਅਫਸੋਸ ਹੈ ਉਸ ਮਨੁੱਖ ਉੱਤੇ ਜੋ ਇਹਨਾਂ ਦਾ ਕਾਰਨ ਬਣਦਾ ਹੈ। ਇਸ ਲਈ ਜੇਕਰ ਤੇਰਾ ਹੱਥ ਜਾਂ ਪੈਰ ਤੈਨੂੰ ਗਲਤ ਰਾਹ ਉੱਤੇ ਪਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਚੰਗਾ ਹੋਵੇਗਾ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਵਨ ਵਿੱਚ ਜਾਏ, ਬਜਾਏ ਇਸ ਦੇ ਕਿ ਤੂੰ ਦੋ ਹੱਥਾਂ ਜਾਂ ਪੈਰ ਦੇ ਹੁੰਦਿਆਂ ਹਮੇਸ਼ਾ ਦੀ ਬਲਣ ਵਾਲੀ ਅੱਗ ਵਿੱਚ ਸੁੱਟਿਆ ਜਾਵੇਂ। ਇਸੇ ਤਰ੍ਹਾਂ ਜੇਕਰ ਤੇਰੀ ਅੱਖ ਤੈਨੂੰ ਗਲਤ ਰਾਹ ਉੱਤੇ ਪਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਦੋ ਅੱਖਾਂ ਹੁੰਦਿਆਂ ਹੋਇਆਂ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ। ਗੁਆਚੀ ਭੇਡ। ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਘਟੀਆ ਨਾ ਸਮਝਣਾ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਨਾਂ ਦੇ ਦੂਤ ਸਵਰਗ ਵਿੱਚ ਮੇਰੇ ਪਿਤਾ ਦੇ ਦਰਸ਼ਨ ਸਦਾ ਕਰਦੇ ਰਹਿੰਦੇ ਹਨ। ਮਨੁੱਖ ਦਾ ਪੁੱਤਰ ਗੁਆਚੀਆਂ ਹੋਇਆਂ ਨੂੰ ਲੱਭਣ ਆਇਆ ਹੈ। ਤੁਹਾਡਾ ਕੀ ਵਿਚਾਰ ਹੈ? ਜੇਕਰ ਕਿਸੇ ਆਦਮੀ ਕੋਲ 100 ਭੇਡਾਂ ਹੋਣ, ਉਹਨਾਂ ਵਿੱਚੋਂ ਇੱਕ ਗਵਾਚ ਜਾਂਦੀ ਹੈ, ਉਹ ਆਦਮੀ ਕੀ ਕਰੇਗਾ? ਕੀ ਉਹ ਬਾਕੀ 99 ਨੂੰ ਪਹਾੜ ਉੱਤੇ ਚਰਦਿਆਂ ਛੱਡ ਕੇ ਉਸ ਗਵਾਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? ਜਦੋਂ ਉਹ ਉਸ ਨੂੰ ਲੱਭ ਪਵੇਗੀ ਤਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਉਸ ਨੂੰ ਇਸ ਦੇ ਲਈ ਬਾਕੀ 99 ਦੀ ਬਜਾਏ ਜੋ ਨਹੀਂ ਗਵਾਚੀਆਂ ਸਨ ਜ਼ਿਆਦਾ ਖੁਸ਼ੀ ਹੋਵੇਗੀ। ਇਸੇ ਤਰ੍ਹਾਂ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਇਹ ਨਹੀਂ ਚਾਹੁੰਦਾ ਹੈ ਕਿ ਇਹਨਾਂ ਛੋਟਿਆਂ ਵਿੱਚੋਂ ਇੱਕ ਵੀ ਗਵਾਚੇ। ਭਰਾ ਜੋ ਪਾਪ ਕਰਦਾ ਹੈ। ਜੇਕਰ ਤੇਰਾ ਭਰਾ ਤੇਰੇ ਵਿਰੁੱਧ ਪਾਪ ਕਰੇ ਤਾਂ ਉਸ ਕੋਲ ਇਕਾਂਤ ਵਿੱਚ ਜਾ ਅਤੇ ਉਸ ਨੂੰ ਉਸ ਦੀ ਗਲਤੀ ਸਮਝਾ ਦੇ। ਜੇਕਰ ਉਹ ਤੇਰੀ ਮੰਨ ਲਵੇ ਤਾਂ ਤੂੰ ਆਪਣੇ ਭਰਾ ਨੂੰ ਜਿੱਤ ਲਿਆ ਹੈ, ਪਰ ਜੇਕਰ ਉਹ ਤੇਰੀ ਨਾ ਮੰਨੇ ਤਾਂ ਆਪਣੇ ਨਾਲ ਇੱਕ ਜਾਂ ਦੋ ਆਦਮੀ ਲੈ ਕੇ ਜਾ ਕਿ ਧਰਮ ਗ੍ਰੰਥ ਅਨੁਸਾਰ ਹਰ ਦੋਸ਼ 2 ਜਾਂ 3 ਗਵਾਹਾਂ ਦੇ ਸਾਹਮਣੇ ਸੱਚਾ ਸਿੱਧ ਹੋਵੇ। ਜੇਕਰ ਉਹ ਉਹਨਾਂ ਦੀ ਵੀ ਨਾ ਮੰਨੇ ਤਾਂ ਤੂੰ ਸਾਰਾ ਮਾਮਲਾ ਵਿਸ਼ਵਾਸ ਸੰਗਤ ਦੇ ਅੱਗੇ ਰੱਖ, ਪਰ ਜੇਕਰ ਉਹ ਵਿਸ਼ਵਾਸ ਸੰਗਤ ਦੀ ਵੀ ਨਾ ਮੰਨੇ ਤਾਂ ਫਿਰ ਤੂੰ ਉਸ ਨੂੰ ਪਰਾਈ ਜਾਤ ਦਾ ਜਾਂ ਟੈਕਸ ਲੈਣ ਵਾਲਾ ਸਮਝ। ਇੱਕ ਮਨ ਹੋ ਕੇ ਪ੍ਰਾਰਥਨਾ ਕਰਨਾ। ਇਸ ਲਈ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਧਰਤੀ ਤੇ ਮਨਾ ਕਰੋਗੇ ਉਹ ਸਵਰਗ ਵਿੱਚ ਵੀ ਮਨਾ ਹੋ ਜਾਵੇਗਾ, ਅਤੇ ਜਿਸ ਦੇ ਲਈ ਤੁਸੀਂ ਧਰਤੀ ਉੱਤੇ ਇਜਾਜ਼ਤ ਦੇਵੋਗੇ ਉਸ ਦੀ ਸਵਰਗ ਵਿੱਚ ਵੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ 2 ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ ਕਿਸੇ ਚੀਜ਼ ਲਈ ਪ੍ਰਾਰਥਨਾ ਕਰੋਗੇ ਤਾਂ ਮੇਰਾ ਪਿਤਾ ਸਵਰਗ ਵਿੱਚ ਉਸੇ ਤਰ੍ਹਾਂ ਕਰ ਦੇਵੇਗਾ, ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਂ ਤੇ ਇਕੱਠੇ ਹੁੰਦੇ ਹਨ ਉੱਥੇ ਮੈਂ ਵੀ ਉਹਨਾਂ ਦੇ ਨਾਲ ਹੁੰਦਾ ਹਾਂ। ਨਾ ਸ਼ੁਕਰੇ ਨੌਕਰ ਦੀ ਰੂਪ ਕਥਾ। ਪਤਰਸ ਯੀਸ਼ੂ ਕੋਲ ਆਇਆ ਅਤੇ ਉਹਨਾਂ ਤੋਂ ਪੁੱਛਿਆ, ਪ੍ਰਭੂ ਜੀ, ਮੇਰਾ ਭਰਾ ਮੇਰੇ ਵਿਰੁੱਧ ਕਿੰਨੀ ਵਾਰ ਪਾਪ ਕਰ ਸਕਦਾ ਹੈ ਅਤੇ ਮੈਨੂੰ ਕਿੰਨੀ ਵਾਰ ਉਸ ਨੂੰ ਮਾਫ ਕਰਨਾ ਚਾਹੀਦਾ ਹੈ? ਕੀ 7 ਵਾਰ? ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਨਹੀਂ, 7 ਵਾਰ ਨਹੀਂ, ਸਗੋਂ 7 ਦੇ 70 ਵਾਰ। ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ
जिस ने एक बार अपने नौकरां दा हिसाब किताब देखण दा फैसला कीता। जदों उसने देखना शुरू ही कीता सी तां एक नौकर नूं उसदे सामने पेश कीता गया जिस वल उसदे ਲੱਖਾਂ रुपए निकलदे सन। उस नौकर कोल एक घाटा पूरा करन दे लई कुछ भी नहीं सी। इस लई राजे ने हुक्म दिता कि इस नौकर नूं इस दे टब्बर अते जो कुछ इस कोल है समेत वेच के एक घाटा पूरा कीता जावे। पर ओ नौकर राजा दे पैरीं पै के बेनती करन लगा, मेरे उत्ते थोड़ा रहम करो, मैं तुहाडा सब कुछ दे देवांगा। उस नौकर दे मालक नूं उस ते बहुत तरस आया, इस लई मालक ने उस नूं छड्ड दिता अते उस दा कर्जा भी माफ कर दिता। पर ओ नौकर उत्थों बाहर गया ਅਤੇ ਆਪਣੇ ਇੱਕ ਸਾਥੀ ਨੌਕਰ ਨੂੰ ਮਿਲਿਆ ਜਿਸ ਤੋਂ ਉਸਨੇ 5000 ਰੁਪਏ ਲੈਣੇ ਸਨ। ਉਸਨੇ ਇਸ ਦੂਜੇ ਨੌਕਰ ਨੂੰ ਗਲੇ ਤੋਂ ਜਾ ਫੜਿਆ ਅਤੇ ਕਿਹਾ, ਮੇਰਾ ਜੋ ਕੁਝ ਨਿਕਲਦਾ ਹੈ ਹੁਣ ਇੱਥੇ ਰੱਖ। ਉਸ ਦਾ ਸਾਥੀ ਨੌਕਰ ਉਸਦੇ ਪੈਰੀ ਪੈ ਕੇ ਬੇਨਤੀ ਕਰਨ ਲੱਗਾ, ਮੇਰੇ ਤੇ ਥੋੜਾ ਰਹਿਮ ਕਰੋ, ਮੈਂ ਤੁਹਾਡਾ ਸਭ ਕੁਝ ਦੇ ਦੇਵਾਂਗਾ। ਪਰ ਉਹ ਨਾ ਮੰਨਿਆ ਅਤੇ ਉਸ ਦੂਜੇ ਨੌਕਰ ਨੂੰ ਉਸ ਸਮੇਂ ਤੱਕ ਦੇ ਲਈ ਕੈਦ ਕਰਵਾ ਦਿੱਤਾ ਜਦੋਂ ਤੱਕ ਕਿ ਉਹ ਕਰਜ਼ਾ ਨਾ ਦੇਵੇ। पर जदों बाकी दे नौकरां ने यह सब हुंदा देखिया तां ओह बहुत दुखी होए। उन्हां सारी गल मालक नूं जा दसी। इस ते मालक ने उस पहले नौकर नूं फिर अंदर सद्दिया अते उस नूं कहा, हे ना शुक्रे नौकर, मैं तेरी बेनती ते तेरा सारा कर्जा माफ कर दिता सी, कि इसे तरह तैनूं भी अपने साथी नौकर उत्ते रहम नहीं करना चाहिदा सी? इस लई मालक बहुत गुस्से विच आया अते उस नौकर नूं कैद विच सुट दिता ਜਦੋਂ ਤੱਕ ਕਿ ਉਹ ਸਭ ਕਰਜ਼ਾ ਨਾ ਭਰੇ। ਅੰਤ ਵਿੱਚ ਯੀਸ਼ੂ ਨੇ ਕਿਹਾ, ਇਸ ਤਰ੍ਹਾਂ ਮੇਰਾ ਪਿਤਾ ਜੋ ਸਵਰਗ ਵਿੱਚ ਹੈ ਤੁਹਾਡੇ ਵਿੱਚੋਂ ਹਰ ਇੱਕ ਨਾਲ ਕਰੇਗਾ, ਜੇਕਰ ਤੁਸੀਂ ਵੀ ਆਪਣੇ ਭਰਾ ਨੂੰ ਦਿਲੋਂ ਮਾਫ ਨਹੀਂ ਕਰੋਗੇ।